ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਤੋਂ BA ਭਾਗ ਪਹਿਲਾ ਦੇ ਦੂਜੇ ਸਮੈਸਟਰ ਦਾ ਆਗਾਜ਼ ਕਰਨ ਜਾ ਰਹੇ ਹਾਂ, ਜਿਸ ਦੇ ਲਈ ਚੈਨਲ 'ਤੇ ਬਕਾਇਦਾ ਨਵੀਂ ਪਲੇਲਿਸਟ ਬਣਾ ਦਿੱਤੀ ਗਈ ਹੈ ਔਰ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਤੋਂ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ। ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ, ਅਤੇ ਨਾਲ ਹੀ ਇਸ ਚੈਨਲ ਨੂੰ ਹੋਰ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਦੇ ਰਹੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਚੈਨਲ ਦੇ ਨਾਲ ਜੁੜ ਕੇ ਆਪਣੀਆਂ ਪੜ੍ਹਾਈ ਸੰਬੰਧੀ ਲੋੜਾਂ ਦੀ ਪੂਰਤੀ ਸਮੇਂ ਸਿਰ ਕਰ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਅੰਮ੍ਰਿਤਾ ਪ੍ਰੀਤਮ, ਜਿਨ੍ਹਾਂ ਨੂੰ ਕਿ ਪੰਜਾਬੀ ਕਾਵਿ ਸਾਹਿਤ ਦੇ ਵਿੱਚ ਮੋਹਰਲੀ ਕਤਾਰ ਦੇ ਵਿੱਚ ਰੱਖਿਆ ਜਾਂਦਾ ਹੈ, ਇਹਨਾਂ ਨੂੰ ਨਾਰੀ ਜਗਤ ਦੀ ਪ੍ਰਤੀਨਿਧਤਾ ਕਰਨ ਸਦਕਾ ਪੰਜਾਬ ਦੀ ਆਵਾਜ਼ ਹੋਣ ਦਾ ਮਾਣ ਹਾਸਿਲ ਹੋਇਆ ਹੈ। ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ। ਇਹਨਾਂ ਦੇ ਮਾਤਾ ਰਾਜ ਕੌਰ ਅਤੇ ਪਿਤਾ ਕਰਤਾਰ ਸਿੰਘ ਹਿਤਕਾਰੀ ਸਨ। ਵਿਆਹ ਇਹਨਾਂ ਦਾ ਪ੍ਰੀਤਮ ਸਿੰਘ ਦੇ ਨਾਲ ਹੋਇਆ। ਕਿਹਾ ਜਾਂਦਾ ਹੈ ਕਿ ਇਹਨਾਂ ਦੇ ਮਾਤਾ ਰਾਜ ਕੌਰ ਨੇ ਅੰਮ੍ਰਿਤਾ ਦੀ ਉਮਰ ਮਹਿਜ 4 ਸਾਲ ਦੀ ਸੀ ਜਦੋਂ ਇਹਨਾਂ ਦਾ ਰਿਸ਼ਤਾ ਆਪਣੀ ਦੂਰ ਦੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਜੋ ਸੀ ਤੈਅ ਕਰ ਦਿੱਤਾ, ਔਰ ਅੰਮ੍ਰਿਤਾ ਦੀ ਉਮਰ 11 ਸਾਲ ਸੀ ਜਦੋਂ ਇਹਨਾਂ ਦੇ ਮਾਤਾ ਜੋ ਸਨ ਅਕਾਲ ਚਲਾਣਾ ਕਰ ਗਏ, ਔਰ ਇਹਨਾਂ ਦੇ ਪਿਤਾ ਕਰਤਾਰ ਸਿੰਘ ਹਿਤਕਾਰੀ ਨੇ ਆਪਣੀ ਪਤਨੀ ਦੁਆਰਾ ਕੀਤੇ ਉਸ ਫੈਸਲੇ 'ਤੇ ਫੁੱਲ ਚੜਾਉਂਦਿਆਂ ਹੋਇਆਂ 16 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤਾ ਦਾ ਵਿਆਹ ਪ੍ਰੀਤਮ ਸਿੰਘ ਦੇ ਨਾਲ ਕਰ ਦਿੱਤਾ, ਜਿਸ ਤੋਂ ਇਹ ਅੰਮ੍ਰਿਤਾ ਤੋਂ ਅੰਮ੍ਰਿਤਾ ਪ੍ਰੀਤਮ ਬਣ ਗਏ। ਇਹਨਾਂ ਦਾ ਜੋ ਸੀ ਨਵਰਾਜ ਸਿੰਘ ਅਤੇ ਕੰਦਲਾ ਨਾਮ ਦਾ 2 ਬੱਚੇ ਸਨ। ਨਵਰਾਜ ਸਿੰਘ ਇਹਨਾਂ ਦਾ ਪੁੱਤਰ ਅਤੇ ਕੰਦਲਾ ਇਹਨਾਂ ਦੀ ਬੇਟੀ ਸੀ। ਸਿੱਖਿਆ ਅੰਮ੍ਰਿਤਾ ਪ੍ਰੀਤਮ ਨੇ 10ਵੀਂ ਤੱਕ ਗੌਰਮੈਂਟ ਕਾਲਜ ਲਾਹੌਰ ਤੋਂ ਹਾਸਿਲ ਕੀਤੀ ਅਤੇ ਡੀਲਿਟ ਦੀ ਉਪਾਧੀ ਜੋ ਸੀ ਇਹਨਾਂ ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਆਨਰੇਰੀ ਪੱਧਰ 'ਤੇ ਦਿੱਤੀ ਗਈ, ਜੋ ਕਿ 1973 ਦੇ ਵਿੱਚ ਇਹ ਆਨਰੇਰੀ ਡਿਗਰੀ ਇਹਨਾਂ ਨੂੰ ਹਾਸਿਲ ਹੋਈ ਦਿੱਲੀ ਯੂਨੀਵਰਸਿਟੀ ਵੱਲੋਂ। ਕਿੱਤਾ ਇਹਨਾਂ ਦਾ ਤਾਉਮਰ ਲੇਖਨ ਰਿਹਾ। ਇਹਨਾਂ ਨੇ ਕਾਵਿ ਸਾਹਿਤ ਦੀ ਸਿਰਜਣਾ ਕੀਤੀ, ਨਾਵਲ ਵੀ ਲਿਖੇ, ਕਹਾਣੀਆਂ ਵੀ ਲਿਖੀਆਂ, ਵਾਰਤਕ ਦੇ ਖੇਤਰ ਵੀ ਵਿੱਚ ਆਪਣਾ ਉੱਘਾ ਯੋਗਦਾਨ ਪਾਇਆ ਅਤੇ ਅੰਤ ਪੰਜਾਬੀ ਸਾਹਿਤ ਦੀ ਇੱਕ ਮਹਾਨ ਲੇਖਿਕਾ 31 ਅਕਤੂਬਰ 2005 ਈਸਵੀ ਨੂੰ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਮਾਨ ਸਨਮਾਨ ਵੱਲੋਂ ਵੀ ਅੰਮ੍ਰਿਤਾ ਪ੍ਰੀਤਮ ਦੀ ਝੋਲੀ ਜਿਹੜੀ ਹੈ ਉਹ ਬਹੁਤ ਵੱਡੀ ਪੱਧਰ 'ਤੇ ਭਰੀ ਹੋਈ ਹੈ। ਸਾਹਿਤ ਅਕਾਦਮੀ ਅਵਾਰਡ ਇਹਨਾਂ ਦੀ ਪੁਸਤਕ ਸੁਨੇੜੇ ਨੂੰ 1956 ਦੇ ਵਿੱਚ ਹਾਸਿਲ ਹੋਇਆ ਸੀ। ਭਾਸ਼ਾ ਵਿਭਾਗ ਪੰਜਾਬ ਨੇ 1958 ਈਸਵੀ ਨੂੰ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕੀਤਾ ਅਤੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਵਾਰਡ ਪਦਮ ਸ਼੍ਰੀ ਜੋ ਕਿ ਇਹਨਾਂ ਨੂੰ 1969 ਈਸਵੀ ਦੇ ਵਿੱਚ ਹਾਸਿਲ ਹੋਇਆ। ਸਾਹਿਤ ਕਲਾ ਪ੍ਰੀਸ਼ਦ ਨਵੀਂ ਦਿੱਲੀ ਨੇ 1974 ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕੀਤਾ। ਗਿਆਨਪੀਠ ਅਵਾਰਡ ਵੀ ਇਹਨਾਂ ਦੀ ਪੁਸਤਕ ਕਾਗਜ਼ ਤੇ ਕੈਨਵਸ 'ਤੇ 1982 ਦੇ ਵਿੱਚ ਇਹਨਾਂ ਦੇ ਹਿੱਸੇ ਆਇਆ। ਇੰਟਰਨੈਸ਼ਨਲ ਅਵਾਰਡ ਜੋ ਕਿ 1988 ਵਿੱਚ ਬੁਲਗਾਰੀਆ ਵਿਖੇ ਹੋਇਆ ਕੰਨੜ ਭਾਸ਼ਾਈ ਸੰਮੇਲਨ ਸੀ, ਜਿਸ ਦੇ ਵਿੱਚ ਇਹਨਾਂ ਨੂੰ ਇੰਟਰਨੈਸ਼ਨਲ ਅਵਾਰਡ ਹਾਸਿਲ ਹੋਇਆ ਅਤੇ ਭਾਰਤ ਦਾ ਦੂਸਰਾ ਵੱਡਾ ਇਨਾਮ ਪਦਮ ਵਿਭੂਸ਼ਣ ਇਹਨਾਂ ਨੂੰ 2005 ਈਸਵੀ ਦੇ ਵਿੱਚ ਪ੍ਰਾਪਤ ਹੋਇਆ। ਇਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦਾ ਜੋ ਮਾਨ ਸਨਮਾਨ ਦਾ ਘੇਰਾ ਸੀ ਉਹ ਬਹੁਤ ਵੱਡਾ ਸੀ, ਵਸੀਹ ਸੀ। ਸਾਹਿਤਕ ਦੇਣ ਭਾਵ ਅੰਮ੍ਰਿਤਾ ਪ੍ਰੀਤਮ ਨੇ ਤਾਂ ਉਮਰ ਜੋ ਰਚਨਾਵਾਂ ਕੀਤੀਆਂ ਉਹਨਾਂ ਦੀ ਕੁੱਲ ਗਿਣਤੀ ਲਗਭਗ 100 ਦੇ ਨੇੜੇ ਹੈ, ਪਰ ਅਸੀਂ ਮਹੱਤਵਪੂਰਨ ਜਿਹੜੀਆਂ ਪੁਸਤਕਾਂ ਹਨ ਉਹਨਾਂ ਦੇ ਨਾਮ ਸ਼ਾਮਿਲ ਕੀਤੇ ਹਨ। ਕਾਵਿ ਸੰਗ੍ਰਹਿ ਹਨ ਇਹਨਾਂ ਦੇ ਅੰਮ੍ਰਿਤ ਲਹਿਰਾਂ, ਜਿਉਂਦਾ ਜੀਵਨ, ਸਾਂਝ ਦੀ ਲਾਲੀ, ਤਰੇਲ ਧੋਤੇ ਫੁੱਲ, ਉਹ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿੱਚ, ਲੋਕ ਪੀੜ, ਪੱਥਰ ਗੀਟੇ, ਲੰਮੀਆਂ ਵਾਟਾਂ, ਸਰਗੀ ਵੇਲਾ, ਸੁਨੇੜੇ, ਅਸ਼ੋਕਾ ਚੇਤੀ, ਕਸਤੂਰੀ, ਛੇ ਰੁੱਤਾਂ, ਕਾਗਜ਼ ਤੇ ਕੈਨਵਸ ਤੇ ਨਾਗਮਣੀ। ਕਿਉਂਕਿ ਸੁਨੇੜੇ ਅਤੇ ਕਾਗਜ਼ ਤੇ ਕੈਨਵਸ ਜੋ ਪੁਸਤਕਾਂ ਹਨ ਉਹ ਇਹਨਾਂ ਦੀਆਂ ਅਵਾਰਡਡ ਪੁਸਤਕਾਂ ਹਨ। ਸਵੈ ਜੀਵਨੀ ਇਹਨਾਂ ਦੀ ਰਸੀਦੀ ਟਿਕਟ ਹੈ ਜੋ ਕਿ 1976 ਦੇ ਵਿੱਚ ਪ੍ਰਕਾਸ਼ਿਤ ਹੋਈ। ਨਾਵਲ ਇਹਨਾਂ ਨੇ ਦਿੱਲੀ ਦੀਆਂ ਗਲੀਆਂ, ਧਰਤੀ, ਸਾਗਰ ਤੇ ਸਿੱਪੀਆਂ, ਇੱਕ ਸੀ ਅਨੀਤਾ, ਡਾਕਟਰ ਦੇਵ, ਜੈ ਸ਼੍ਰੀ ਇਹਨਾਂ ਦੇ ਪ੍ਰਸਿੱਧ ਨਾਵਲ ਹਨ। ਪਿੰਜਰ ਇਹਨਾਂ ਦਾ ਇੱਕ ਅਜਿਹਾ ਮਕਬੂਲ ਨਾਵਲ ਹੈ ਜਿਸ ਦੇ ਉੱਤੇ ਹਿੰਦੀ ਦੇ ਵਿੱਚ ਫਿਲਮ ਵੀ ਬਣੀ ਅਤੇ ਉਸ ਫਿਲਮ ਨੂੰ ਅਵਾਰਡ ਵੀ ਹਾਸਿਲ ਹੋਇਆ। ਕਹਾਣੀ ਸੰਗ੍ਰਹਿ ਇਸੇ ਤਰ੍ਹਾਂ ਇਹਨਾਂ ਦੇ ਕੁੰਜੀਆਂ, ਆਖਰੀ ਖੱਤ,
ਚਾਨਣ ਦਾ ਹੋਕਾ, ਚਾਨਣ ਦਾ ਹੌਕਾ, ਅਜਨਬੀ, ਜੰਗਲੀ ਬੂਟੀ ਤੇ ਜੰਗ ਤੋਂ ਪਿੱਛੋਂ ਹਨ। ਵਾਰਤਕ ਇਹਨਾਂ ਦੀ ਲਾਲ ਗੁਲਾਬ, ਕਿਰਮਚੀ ਲਕੀਰ, ਪੰਜਾਬ ਦੀ ਆਵਾਜ਼, ਮੌਲੀ ਤੇ ਮਹਿੰਦੀ ਨਾਮ ਹੇਠ ਸਿਰਜੀ ਗਈ ਹੈ। ਸਾਹਿਤਕ ਰਸਾਲਾ ਇਹਨਾਂ ਨੇ ਨਾਗਮਣੀ ਕੱਢਿਆ ਔਰ ਇਸ ਨਾਗਮਣੀ ਰਸਾਲੇ ਦੀ ਖਾਸੀਅਤ ਇਹ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਉਸ ਵੇਲੇ ਦੇ ਜੋ ਯੁਵਾ ਲੇਖਕ ਸਨ, ਜੋ ਲੇਖਣ ਵਾਲੇ ਪਾਸੇ ਆਏ ਸਨ, ਉਹਨਾਂ ਦੀਆਂ ਜੋ ਉੱਚ ਪਾਏ ਦੀਆਂ ਰਚਨਾਵਾਂ ਸੀ, ਉਹਨਾਂ ਨੂੰ ਨਾਗਮਣੀ ਰਸਾਲੇ ਦੇ ਵਿੱਚ ਵਿਸ਼ੇਸ਼ ਸਥਾਨ ਦੇ ਕੇ ਉਹਨਾਂ ਨੂੰ ਲੇਖਣ ਦੇ ਲਈ ਉਤਸ਼ਾਹਿਤ ਕੀਤਾ। ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਦਾ ਵਿਸ਼ਾ ਪੱਖ ਜੋ ਹੈ ਉਸ ਦੇ ਬਾਰੇ ਚਰਚਾ ਕਰਾਂਗੇ ਕਿ ਅਸਲ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਜੋ ਹੈ ਉਹਨਾਂ ਦੀਆਂ ਰਚਨਾਵਾਂ ਦਾ ਕੋਈ ਇੱਕ ਵਿਸ਼ਾ ਨਹੀਂ, ਅਨੇਕ ਵਿਸ਼ੇ ਹਨ। ਉਸ ਸਮੇਂ ਦੀਆਂ ਜੋ ਸਥਿਤੀਆਂ ਸਨ, ਪਰਿਸਥਿਤੀਆਂ ਸਨ, ਉਹਨਾਂ ਨੂੰ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਕਾਵਿ ਦਾ, ਆਪਣੇ ਸਾਹਿਤ ਦਾ ਮਾਧਿਅਮ ਬਣਾਇਆ। ਪਰ ਪਿਆਰ ਜੋ ਹੈ ਇਹਨਾਂ ਦਾ ਮੁੱਖ ਵਿਸ਼ਾ ਰਿਹਾ ਹੈ। ਇਹਨਾਂ ਦੀ ਸਮੁੱਚੀ ਰਚਨਾ ਜੋ ਹੈ ਪਿਆਰ ਦੇ ਆਲੇ ਦੁਆਲੇ ਘੁੰਮਦੀ ਹੈ। ਪਿਆਰ ਰਾਹੀਂ ਹੀ ਉਹ ਆਪਣੇ ਸਮੇਂ ਦੇ ਹਰ ਮਸਲੇ 'ਤੇ, ਹਰ ਸਮਾਜਿਕ ਜਾਂ ਰਾਜਸੀ ਜੋ ਔਕੜ ਸੀ ਉਸ ਦਾ ਪ੍ਰਗਟਾਵਾ ਕਰਦੀ ਰਹੀ ਹੈ। ਅਤੇ ਲੋਕ ਪੀੜ ਜੋ ਸੀ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਉਭਰਵੇਂ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ, ਕਿਉਂਕਿ ਭਾਰਤੀ ਜੋ ਜਨਤਾ ਸੀ ਉਸ ਵੇਲੇ ਦੀ, ਆਮ ਆਵਾਮ ਸੀ ਜੋ, ਜਾਂ ਔਰਤ ਦੀ ਮਨੋਸਥਿਤੀ ਸੀ, ਉਸ ਨੂੰ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਕਾਵਿ ਦਾ ਮਾਧਿਅਮ ਬਣਾਇਆ। ਅਸਲ ਦੇ ਵਿੱਚ ਜੋ ਸਰਮਾਏਦਾਰੀ ਸਮਾਜ ਹੈ ਇਸ ਦੇ ਵਿੱਚ ਇਸਤਰੀ ਦੀ ਜੋ ਸਥਿਤੀ ਹੈ, ਜਾਂ ਕਿਸਾਨੀ ਦਾ ਜੋ ਦਰਦ ਹੈ, ਜਾਂ ਮਜ਼ਦੂਰੀ ਦਾ ਜੋ, ਜਾਂ ਮਜ਼ਦੂਰ ਦਾ ਜੋ ਸੰਕਟ ਹੈ, ਉਸ ਨੂੰ ਇਸਨੇ ਪ੍ਰਗਤੀਵਾਦੀ ਰੰਗਣ ਦੇ ਵਿੱਚ ਆਪਣੀਆਂ ਜੋ ਰਚਨਾਵਾਂ ਸਨ ਉਹਨਾਂ ਦੇ ਵਿੱਚ ਉਭਾਰਿਆ। ਦੇਸ਼ ਵੰਡ ਦੀ ਕਵਿਤਾ ਜੋ ਹੈ, ਜਿਨ੍ਹਾਂ ਦੇ ਵਿੱਚੋਂ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਕਲਾਸੀਕਲ ਕਵਿਤਾ ਦਾ ਦਰਜਾ ਅਖਤਿਆਰ ਕਰ ਗਈ, ਜੋ ਕਿ ਦੋਹਾਂ ਪੰਜਾਬਾਂ ਦੇ ਵਿੱਚ ਬੜੀ ਸਰਾਹੀ ਗਈ। ਇਸਤਰੀ ਦੀ ਦਸ਼ਾ ਅਤੇ ਦੁਰਦਸ਼ਾ ਨੂੰ ਇਹਨਾਂ ਨੇ ਬੜੇ ਹੀ ਨਵੇਕਲੇ ਢੰਗ ਦੇ ਨਾਲ ਰੂਪਮਾਨ ਕੀਤਾ। ਇਹਨਾਂ ਦੀਆਂ ਜੋ ਪ੍ਰਸਿੱਧ ਕਵਿਤਾਵਾਂ ਹਨ, ਜਿਨ੍ਹਾਂ ਦੇ ਵਿੱਚ ਅੱਜ ਆਖਾਂ ਵਾਰਿਸ ਸ਼ਾਹ ਨੂੰ ਜਾਇਦਾਦ ਅਤੇ ਕੰਨਿਆਦਾਨ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਵਿਸ਼ੇ ਪੱਖ ਦੇ ਨਾਲ ਨਾਲ ਇਹਨਾਂ ਦੀ ਕਵਿਤਾ ਦੀ ਰੂਪਕ ਪੱਖ ਤੋਂ ਵੀ ਬੜੀ ਵੱਡੀ ਮਹਾਨਤਾ ਹੈ, ਕਿਉਂਕਿ ਅੰਮ੍ਰਿਤਾ ਪ੍ਰੀਤਮ ਦੀ ਬੋਲੀ ਜੋ ਹੈ ਉਹ ਆਮ ਲੋਕ ਮੁਹਾਵਰੇ ਵਾਲੀ ਬੋਲੀ ਹੈ। ਆਪਣਾ ਇੱਕ ਨਿਵੇਕਲਾ ਅੰਦਾਜ਼ ਹੈ, ਜਿਸ ਸਦਕਾ ਅੰਮ੍ਰਿਤਾ ਦੀਆਂ ਰਚਨਾਵਾਂ ਜੋ ਹਨ ਉਹ ਲੋਕ ਮਨਾਂ ਨੂੰ ਕੀਲਣ ਦੇ ਵਿੱਚ ਸਮਰੱਥ ਰਹੀਆਂ ਜਾਂ ਸਫਲ ਹੋਈਆਂ। ਇਹਨਾਂ ਦੀ ਜੋ ਸ਼ਬਦਾਵਲੀ ਹੈ ਉਹ ਬੜੀ ਸ਼ਬਦ ਚੋਣ ਨਿਵੇਕਲੇ ਕਿਸਮ ਦੀ ਹੈ, ਜਿਵੇਂ ਰਸੀਦੀ ਟਿਕਟ ਇਹਨਾਂ ਦੀ ਪੁਸਤਕ ਦਾ ਨਾਮ ਹੈ, ਜਾਂ ਫਿਰ ਲੰਮੀਆਂ ਵਾਟਾਂ ਕਹਿ ਲਵੋ, ਜਾਂ ਸੁਨੇਹੜੇ ਕਹਿ ਲਵੋ। ਭਾਵ ਇਹਨਾਂ ਦੇ ਸ਼ਬਦ ਜਿਹੜੇ ਹਨ ਆਮ ਜਨ ਜੀਵਨ ਦੇ ਵਿੱਚੋਂ ਲੋਕ ਮੁਹਾਵਰੇ ਵਾਲੇ ਸ਼ਬਦਾਂ ਨੂੰ ਜੋ ਹੈ ਆਪਣੀ ਕਵਿਤਾ ਦੇ ਵਿੱਚ, ਆਪਣੀਆਂ ਸਾਹਿਤਕ ਰਚਨਾਵਾਂ ਦੇ ਵਿੱਚ ਪ੍ਰਯੋਗ ਇਹਨਾਂ ਲੋਕ ਮੁਹਾਵਰੇ ਵਾਲੇ ਸ਼ਬਦਾਂ ਦਾ ਕਰਨ ਸਦਕਾ ਹੀ ਇਹਨਾਂ ਦੀ ਕਵਿਤਾ ਜੋ ਹੈ ਲੋਕ ਮਨਾਂ ਦੇ ਵਧੇਰੇ ਨੇੜੇ ਹੈ। ਰਸ ਤੇ ਛੰਦ ਜਾਂ ਅਲੰਕਾਰ ਜੋ ਹਨ ਇਹ ਵੀ ਇਹਨਾਂ ਦੀ ਕਵਿਤਾ ਦੇ ਵਿੱਚ ਨਿਵੇਕਲੇ ਢੰਗ ਦੇ ਨਾਲ ਪ੍ਰਗਟ ਹੋਏ ਹਨ, ਕਿਉਂਕਿ ਅੰਮ੍ਰਿਤਾ ਨੇ ਸ਼ੁਰੂ ਦੇ ਵਿੱਚ ਆਪਣੀਆਂ ਜੋ ਸ਼ੁਰੂਆਤੀ ਪੁਸਤਕਾਂ ਸਨ ਉਹਨਾਂ ਦੇ ਵਿੱਚ ਜੋ ਰਵਾਇਤੀ ਕਾਵਿ ਰੂਪ ਹੀ ਵਰਤੇ ਭਾਵੇਂ, ਪਰ ਬਾਅਦ ਦੇ ਵਿੱਚ ਇਹਨਾਂ ਦੀ ਕਵਿਤਾ ਦੇ ਵਿੱਚ ਜੋ ਹੈ ਇੱਕ ਨਿਖਾਰ ਆਉਂਦਾ ਹੈ। ਔਰ ਪ੍ਰੋਫੈਸਰ ਪੂਰਨ ਸਿੰਘ ਦੇ ਵਾਂਗ ਇਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਜੋ ਹੈ ਮੁਕਤ ਕਵਿਤਾ ਭਾਵ ਸੈਲਾਨੀ ਛੰਦ ਦੀ ਵੀ ਵਰਤੋਂ ਕੀਤੀ, ਪਰ ਉਸ ਨੂੰ ਨਵੇਂ ਅੰਦਾਜ਼ ਦੇ ਵਿੱਚ ਪੇਸ਼ ਕੀਤਾ। ਵੰਨ ਸੁਵੰਨੇ ਸੁੰਦਰ ਅਲੰਕਾਰਾਂ ਦੇ ਨਾਲ ਆਪਣੀ ਕਵਿਤਾ ਨੂੰ ਸ਼ਿੰਗਾਰਿਆ, ਅਤੇ ਸ਼ਿੰਗਾਰ ਰਸ ਅਤੇ ਕਰੁਣਾ ਰਸ ਜੋ ਹੈ ਇਹਨਾਂ ਦੀ ਕਵਿਤਾ ਦੇ ਵਿੱਚ ਜੋ ਹੈ ਬਹੁਤ ਉਭਰਵੇਂ ਰੂਪ ਦੇ ਵਿੱਚ ਪੇਸ਼ ਹੁੰਦੇ ਹਨ। ਔਰ ਅੰਮ੍ਰਿਤਾ ਪ੍ਰੀਤਮ ਜੋ ਹੈ ਇਹਨਾਂ ਨੇ ਬਿੰਬ ਜਾਂ ਪ੍ਰਤੀਕ ਜੋ ਆਪਣੀ ਕਵਿਤਾ ਦੇ ਵਿੱਚ ਲਏ ਹਨ ਉਹ ਵੀ ਨਿਵੇਕਲੇ ਅਤੇ ਲੋਕ ਰੰਗ ਦੇ ਵਿੱਚ ਰੰਗੇ ਹੋਏ ਬਿੰਬ ਜਾਂ ਪ੍ਰਤੀਕ ਜੋ ਵਰਤੇ ਹਨ, ਜਿਸ ਸਦਕਾ ਇਹਨਾਂ ਦੀ ਕਵਿਤਾ ਜੋ ਹੈ ਲੋਕ ਮਨਾਂ ਦੇ ਉੱਤੇ ਖਾਸਾ ਪ੍ਰਭਾਵ ਪਾਉਣ ਦੇ ਵਿੱਚ ਸਫਲ ਹੋਈ। ਇਸੇ ਦੇ ਨਾਲ ਹੀ ਕਵਿਤਾ ਦੇ ਵਿੱਚ ਜੋ ਹੈ ਇੱਕ ਸੂਝ, ਨਿਵੇਕਲੀ ਕਿਸਮ ਦੀ ਸੂਝ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਇਸਨੇ ਆਪਣੀਆਂ ਕਵਿਤਾਵਾਂ ਦੇ ਲਈ ਕੇਂਦਰੀ ਬੋਲੀ ਦੀ ਵਰਤੋਂ ਕੀਤੀ ਹੈ, ਔਰ ਕੇਂਦਰੀ ਬੋਲੀ ਦੇ ਵਿੱਚ ਜੋ ਇਹਨਾਂ ਦੀ ਸ਼ੈਲੀ ਹੈ ਜਾਂ ਬੋਲੀ ਹੈ ਉਹ ਬੜੀ ਸਰਲ, ਮਿੱਠੀ, ਰਸ ਭਰੀ, ਲੋਕ ਮੁਹਾਵਰੇ ਵਾਲੀ ਹੈ, ਜਿਸ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਦਰਿਆ ਵਰਗੀ
ਰਵਾਨਗੀ ਹੈ, ਇੱਕ ਲਹਿਰ ਹੈ। ਜਿਵੇਂ ਇਸ ਦੀਆਂ ਕਵਿਤਾਵਾਂ ਦੇ ਅਸੀਂ ਐਗਜ਼ਾਮਪਲ ਵੀ ਲੈ ਸਕਦੇ ਹਾਂ। ਕਿਸੇ ਰਾਹੀ ਨੇ ਅੱਡੀ ਝਾੜੀ, ਪੰਛੀ ਝਾੜੇ ਖੰਭ ਵੇ, ਆ ਗਏ ਝੁੰਡ ਵੱਗ ਤੇ ਡਾਰਾਂ, ਭਰ ਗਏ ਸਰਵਰ ਸ਼ੰਭ ਵੇ, ਇਸ ਹਿਜਰ ਦੇ ਪੈਂਡੇ ਉੱਤੇ ਜਿੰਦ ਗਈ ਮੇਰੀ ਹੰਭ ਵੇ। ਭਾਵ ਇਹ ਜੋ ਸ਼ਬਦ ਹਨ ਅੰਮ੍ਰਿਤਾ ਪ੍ਰੀਤਮ ਦੇ, ਇਹ ਨਿਵੇਕਲੀ ਰੰਗਣ ਵਾਲੇ ਹਨ। ਉਹਦੀ ਸ਼ਬਦ ਚੋਣ ਬੜੀ ਸੁਚੱਜੀ ਹੈ ਔਰ ਆਪਣੀ ਨਿਵੇਕਲੀ ਸ਼ਬਦ ਚੋਣ ਸਦਕਾ ਹੀ ਉਹ ਆਪਣੇ ਵੇਲੇ ਦੇ ਸਾਹਿਤਕਾਰਾਂ ਦੇ ਵਿੱਚੋਂ ਅਲੱਗ ਜੋ ਹੈ ਖੜੀ ਨਜ਼ਰ ਆਉਂਦੀ ਹੈ, ਪਛਾਣੀ ਜਾਂਦੀ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਇਸੇ ਲਈ ਇਹਨਾਂ ਨੂੰ ਪੰਜਾਬ ਦੀ ਆਵਾਜ਼ ਕਿਹਾ ਹੈ ਔਰ ਧਨੀ ਰਾਮ ਚਾਤਰਿਕ ਜੋ ਹਨ ਇਹਨਾਂ ਨੂੰ ਗੀਤਾਂ ਦੀ ਬਾਦਸ਼ਾਹਣੀ ਦਾ ਰੁਤਬਾ ਦਿੰਦੇ ਹਨ, ਕਿਉਂਕਿ ਅੰਮ੍ਰਿਤਾ ਪ੍ਰੀਤਮ ਜਿਹੜੇ ਦੇ ਰਚੇ ਹੋਏ ਗੀਤ ਜੋ ਹਨ ਉਹ ਵੀ ਬੜੇ ਸਰਲ ਅਤੇ ਲੋਕ ਮਨ ਦੇ ਨੇੜੇ ਹਨ। ਸੋ ਸਿੱਟੇ ਵਜੋਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਦਾ ਪੰਜਾਬੀ ਸਾਹਿਤ ਦੇ ਵਿੱਚ ਨਿਵੇਕਲਾ ਸਥਾਨ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਵੀ ਇਹਨਾਂ ਦਾ ਸਥਾਨ ਨਿਵੇਕਲਾ ਹੀ ਰਹੇਗਾ, ਕਿਉਂਕਿ ਅੰਮ੍ਰਿਤਾ ਜਿਹਾ ਕੋਈ ਹੋਰ ਨਹੀਂ ਹੈ। ਅੰਮ੍ਰਿਤਾ ਆਪਣੀ ਮਿਸਾਲ ਆਪ ਹੈ ਔਰ ਪੰਜਾਬੀ ਸਾਹਿਤ ਦੇ ਵਿੱਚ ਰਚੀਆਂ ਗਈਆਂ ਸਾਹਿਤਕ ਰਚਨਾਵਾਂ ਜੋ ਹਨ ਅੰਮ੍ਰਿਤਾ ਪ੍ਰੀਤਮ ਦੁਆਰਾ, ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਨੂੰ ਜੋ ਹੈ ਹੋਰ ਨਿਖਾਰਿਆ ਹੈ, ਭਰਿਆ ਹੈ ਔਰ ਵਿਕਸਾਇਆ ਹੈ। ਸੋ ਅੰਮ੍ਰਿਤਾ ਪ੍ਰੀਤਮ ਜੋ ਹੈ ਪੰਜਾਬੀ ਸਾਹਿਤ ਦਾ ਇੱਕ ਬਹੁਤ ਵੱਡਾ ਥੰਮ ਹੈ, ਮਾਣ ਹੈ, ਜਿਸ 'ਤੇ ਆਉਣ ਵਾਲੀਆਂ ਜੋ ਨਸਲਾਂ ਹਨ ਉਹ ਵੀ ਮਾਣ ਕਰ ਸਕਦੀਆਂ ਹਨ। ਉਮੀਦ ਹੈ ਕਿ ਅੰਮ੍ਰਿਤਾ ਪ੍ਰੀਤਮ ਦੁਆਰਾ ਦੇ ਬਾਰੇ ਕੀਤੀ ਗਈ ਇਹ ਰਚਨਾ, ਅੰਮ੍ਰਿਤਾ ਪ੍ਰੀਤਮ ਦੇ ਬਾਰੇ ਜੋ ਇਹ ਚਰਚਾ ਕੀਤੀ ਗਈ ਹੈ, ਇਹ ਵਿਦਿਆਰਥੀਆਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਏਗੀ। ਔਰ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇੱਕ ਤਾਕੀਦ ਕਿ ਪ੍ਰੋਫੈਸਰ ਪੂਰਨ ਸਿੰਘ ਬਾਰੇ ਇੱਕ ਵੀਡੀਓ ਜੋ ਹੈ ਉਹ ਪਹਿਲਾਂ ਹੀ ਚੈਨਲ ਦੇ ਉੱਤੇ ਪਾਈ ਹੋਈ ਹੈ। BA ਭਾਗ ਜੋ ਤੀਜਾ ਦੇ ਵਿਦਿਆਰਥੀਆਂ ਸਨ ਉਹਨਾਂ ਦੇ ਨਿਬੰਧ ਪ੍ਰੋਫੈਸਰ ਪੂਰਨ ਸਿੰਘ ਦਾ ਵਤਨ ਦਾ ਪਿਆਰ ਲੱਗਿਆ ਸੀ, ਜਿਸ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕੀਤੀ ਗਈ ਸੀ। ਵਿਦਿਆਰਥੀ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਜਾਣਕਾਰੀ ਉਸ ਵੀਡੀਓ ਤੋਂ ਹਾਸਿਲ ਕਰ ਸਕਦੇ ਹਨ ਔਰ ਉਸ ਵੀਡੀਓ ਨੂੰ ਆਧਾਰ ਬਣਾ ਕੇ ਕੁਝ ਉਸ ਦੇ ਵਿੱਚ ਹੋਰ ਮੈਟਰ ਆਪਣੇ ਵੱਲੋਂ ਜੋੜ ਸਕਦੇ ਹਨ, ਤਾਂ ਜੋ ਇਮਤਿਹਾਨੀ ਨਜ਼ਰੀਏ ਤੋਂ ਉਹਨਾਂ ਦਾ ਇਹ ਪ੍ਰਸ਼ਨ ਵੀ ਜੋ ਹੈ ਉਹ ਹੱਲ ਹੋ ਜਾਵੇ। ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਇਹ ਚਰਚਾ ਪਸੰਦ ਆਵੇਗੀ ਔਰ ਅਗਰ ਇਹ ਚੈਨਲ ਤੁਹਾਨੂੰ ਵਧੀਆ ਲੱਗ ਰਿਹਾ ਹੈ ਤਾਂ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ, ਤਾਂ ਜੋ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਪੂਰੇ ਕਰ ਸਕਣ। ਸੋ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ, ਧੰਨਵਾਦ।